अस्सलाम वालेकुम। ਅੱਜ ਨਾ ਮੈਂ ਬੱਚਿਆਂ ਵਾਸਤੇ ਇੱਕ ਬੜੀ ਮਜ਼ੇਦਾਰ ਕਹਾਣੀ ਲੈ ਕੇ ਆਇਆ ਵਾਂ ਤੇ ਚਲੋ ਕਹਾਣੀ ਆਪਾਂ ਬੱਚੇ ਸ਼ੁਰੂ ਕਰਦੇ ਹਾਂ। ਕਹਾਣੀ ਇਸ ਤਰ੍ਹਾਂ ਵਾ, ਇੱਕ ਨਾ ਜੂੰ ਹੁੰਦੀ ਆ ਤੇ ਇੱਕ ਕੁੱਕੜ ਹੁੰਦਾ ਵਾ। ਇਹ ਦੋਨੇ ਸਫ਼ਰ 'ਤੇ ਜਾਂਦੇ ਆ ਤੇ ਦੋ ਦੋ ਰੋਟੀਆਂ ਨਾਲ ਬੰਨ੍ਹ ਲੈਂਦੇ ਆ ਕਿ ਜਿੱਥੇ ਭੁੱਖ ਲੱਗੇਗੀ ਆਪਾਂ ਖਾ ਲਾਂਗੇ। ਰਸਤੇ 'ਤੇ ਜਾਂਦਿਆਂ ਹੋਇਆਂ ਜੂੰ ਕਹਿੰਦੀ, ਕੁੱਕੜਾ ਕੁੱਕੜਾ ਮੈਨੂੰ ਨਾ ਭੁੱਖ ਲੱਗ ਗਈ ਆ। ਕੁੱਕੜ ਕਹਿੰਦਾ, ਤੂੰ ਆਪਣੀ ਇੱਕ ਰੋਟੀ ਖਾ ਲਾ, ਇੱਕ ਬਾਅਦ 'ਚ ਖਾ ਲਵੀਂ। ਉਹ ਕਹਿੰਦੀ ਠੀਕ ਹੈ। ਉਹ ਇੱਕ ਰੋਟੀ ਖਾ ਲੈਂਦੀ ਆ ਤੇ ਥੋੜ੍ਹਾ ਜਿਹਾ ਚੱਲਦੇ ਆ ਤੇ ਫਿਰ ਜੂੰ ਕਹਿੰਦੀ ਆ ਕਿ ਕੁੱਕੜਾ ਕੁੱਕੜਾ ਮੈਨੂੰ ਤਾਂ ਫਿਰ ਭੁੱਖ ਲੱਗ ਗਈ ਆ। ਕੁੱਕੜ ਕਹਿੰਦਾ, ਤੂੰ ਜਿਹੜੀ ਇੱਕ ਰੋਟੀ ਬਚੀ ਆ ਆਪਣੀ ਉਹ ਵੀ ਤੂੰ ਖਾ ਲਾ। ਉਹ ਵੀ ਖਾ ਲੈਂਦੀ ਆ। ਤੁਰੇ ਜਾਂਦੇ ਆ ਤੇ ਫਿਰ ਰਸਤੇ 'ਚ ਕਿ ਜੂੰ ਕਹਿੰਦੀ ਕਿ ਕੁੱਕੜਾ ਕੁੱਕੜਾ ਮੈਨੂੰ ਤਾਂ ਭੁੱਖ ਲੱਗ ਗਈ ਆ। ਕਹਿੰਦਾ, ਚੱਲ ਜਿਹੜੀਆਂ ਮੇਰੀਆਂ ਦੋ ਰੋਟੀਆਂ ਪਈਆਂ ਨਾ ਤੂੰ ਉਹ ਵੀ ਖਾ ਲਾ। ਉਹ ਕੁੱਕੜ ਦਾ ਹਿੱਸੇ ਦੀਆਂ ਵੀ ਜਿਹੜੀਆਂ ਦੋ ਰੋਟੀਆਂ ਹੁੰਦੀਆਂ ਨਾ ਉਹ ਵੀ ਖਾ ਲੈਂਦੀ ਆ। ਤੇ ਅੱਗੇ ਜਾਂਦੇ ਆ, ਤੁਰੇ ਜਾਂਦੇ ਤੇ ਫਿਰ ਜੂੰ ਕਹਿੰਦੀ, ਕੁੱਕੜਾ ਕੁੱਕੜਾ ਹੁਣ ਮੈਨੂੰ ਤੇ ਫਿਰ ਭੁੱਖ ਲੱਗ ਗਈ ਆ, ਹੁਣ ਮੈਂ ਕੀ ਕਰਾਂ। ਕੁੱਕੜ ਨੂੰ ਗੁੱਸਾ ਚੜਿਆ ਹੁੰਦਾ ਵਾ, ਕਹਿੰਦਾ ਫਿਰ ਮੈਨੂੰ ਹੀ ਖਾ ਲਾ। ਉਹ ਸੱਚੀ ਮੁੱਚੀ ਨਾ ਕੁੱਕੜ ਨੂੰ ਹੀ ਖਾ ਜਾਂਦੀ ਆ ਤੇ ਜੂੰ ਬੜੀ ਮੋਟੀ ਤਾਜ਼ੀ ਹੋ ਜਾਂਦੀ ਆ ਔਰ ਕੋ ਤੁਰਿਆ ਨਹੀਂ ਜਾਂਦਾ। ਖੈਰ ਉਹ ਆਸਤਾ ਆਸਤਾ ਜਾਂਦੀ ਆ ਤੇ ਅੱਗੇ ਨਾ ਉਹਨੂੰ ਪਿਆਸ ਲੱਗਦੀ ਆ। ਅੱਗੇ ਇੱਕ ਨਹਿਰ ਆਉਂਦੀ ਆ। ਕਹਿੰਦੀ ਮੈਂ ਨਹਿਰ 'ਚੋਂ ਨਾ ਅੱਗੇ ਹੋ ਕੇ ਪਾਣੀ ਪੀ ਲਾਂ। ਉਹ ਜਦੋਂ ਨਹਿਰ ਦੇ ਕਿਨਾਰੇ 'ਤੇ ਹੁੰਦੀ ਆ ਤੇ ਉੱਥੇ ਨਾ ਬੱਚੇ ਨਹਾਉਂਦੇ ਹੁੰਦੇ ਆ ਤੇ ਬੱਚੇ ਵੇਖਦੇ ਹੋਏ ਆਹ ਕੀ ਚੀਜ਼ ਆ, ਇਹ ਅਜੀਬ ਜਾਨਵਰ ਆ ਗਿਆ। ਇੱਕ ਕਹਿੰਦਾ ਇਹ ਤਾਂ ਬੜੀ ਵੱਡੀ ਇਹ ਜੂੰ ਬਣੀ ਹੋਈ ਆ। ਜੂੰ ਆ ਪਲ ਕੇ ਬਹੁਤ ਮੋਟੀ ਤਾਜ਼ੀ ਹੋਈ ਪਈ ਆ। ਉਹ ਇੱਕ ਬੱਚਾ ਇੱਟ ਚੁੱਕਦਾ ਤੇ ਜੂੰ ਦੇ ਮਾਰਦਾ। ਜੂੰ ਉੱਥੇ ਮਰ ਜਾਂਦੀ ਆ ਤੇ ਉਹਦਾ ਖੂਨ ਨਾ ਨਹਿਰ ਦੇ ਵਿੱਚ, ਉਸ ਨਦੀ ਦੇ ਵਿੱਚ ਰੁੜ ਜਾਂਦਾ। ਉਹ ਨਹਿਰ ਦੇ ਵਿੱਚੋਂ ਨਾ ਇੱਕ ਜਾਨਵਰ ਜਿਹਨੂੰ ਕਿ ਪੰਜਾਬੀ 'ਚ ਢੱਗਾ ਵੀ ਕਹਿ ਲੈਂਦੇ ਆ, ਉਹ ਆ ਕੇ ਨਾ ਪਾਣੀ ਪੀਂਦਾ ਵਾ। ਅਤੇ ਜਦੋਂ ਉਹ ਵੇਖਦਾ ਕਿ ਨਹਿਰ ਦਾ ਰੰਗ ਲਾਲ ਹੋਇਆ ਵਾ, ਉਹ ਨਹਿਰ ਨੂੰ ਪੁੱਛਦਾ, ਨਹਿਰੇ ਨਹਿਰੇ ਕੱਲ੍ਹ ਮੈਂ ਆ ਕੇ ਤੇਰੇ 'ਤੇ ਕਿ ਆਪਣਾ ਤੇਰੇ ਕਿਨਾਰੇ 'ਤੇ ਆ ਕੇ ਪਾਣੀ ਪੀਤਾ ਸੀ ਅਤੇ ਤੇਰਾ ਰੰਗ ਬਿਲਕੁਲ ਪਾਣੀ ਦਾ ਠੀਕ ਸੀਗਾ, ਅੱਜ ਤੇਰਾ ਰੰਗ ਲਾਲ ਕਿਉਂ ਵਾ। ਉਹ ਨਹਿਰ ਉਹਨੂੰ ਜਵਾਬ ਦਿੰਦੀ ਆ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਯਾਨੀ ਕਿ ਜੂੰ ਕੀ ਮਰ ਗਈ। ਚਿਟਕ ਮਿਟਕ ਦਾ ਮਤਲਬ ਕਿ ਮਰ ਗਈ ਅਤੇ ਉਹਦਾ ਖੂਨ ਨਹਿਰ 'ਚ ਰੁੜ ਗਿਆ ਅਤੇ ਮੈਂ ਲਾਲ ਹੋ ਗਈ ਹਾਂ। ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ ਅਤੇ ਢੱਗਾ ਸਿੰਘ ਚੜ੍ਹੇ। ਉਹ ਢੱਗੇ ਦਾ ਜਿਹੜਾ ਕਿ ਇੱਕ ਸਿੰਘ ਹੁੰਦਾ ਵਾ ਉਹ ਝੜ ਜਾਂਦਾ। ਢੱਗਾ ਕਹਿੰਦਾ ਕਿ ਇਹ ਕੀ ਬਣ ਗਿਆ। ਉਹ ਪਰੇਸ਼ਾਨ ਹੁੰਦਾ ਵਾ। ਉਹ ਢੱਗਾ ਜਾ ਕੇ ਨਾ ਇੱਕ ਦਰਖਤ ਦੇ ਥੱਲੇ ਬਹਿੰਦਾ ਹੁੰਦਾ ਵਾ, ਜਿਹਨੂੰ ਕਿ ਆਪਣਾ ਵਨ ਵੀ ਕਹਿ ਲੈਂਦੇ ਆ, ਪਿੱਪਲ ਜਾਂ ਵਨ। ਉੱਥੇ ਜਾ ਕੇ ਬਹਿੰਦਾ ਵਾ ਅਤੇ ਉਹ ਦਰਖਤ ਉਹਨੂੰ ਕਹਿੰਦਾ ਵਾ, ਢੱਗਿਆ ਤੈਨੂੰ ਕੀ ਹੋਇਆ, ਤੇਰਾ ਇੱਕ ਸਿੰਘ ਚੜ੍ਹ ਗਿਆ ਵਾ, ਕੱਲ੍ਹ ਤਾਂ ਬਿਲਕੁਲ ਤੂੰ ਠੀਕ ਸੀਗਾ। ਉਹ ਵੀ ਗੁੱਸੇ 'ਚ ਹੁੰਦਾ ਅਤੇ ਉਹ ਵੀ ਨਾ ਇਹ ਬੋਲਦਾ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ ਅਤੇ ਵਨ ਪਾਤ ਚੜ੍ਹੇ, ਯਾਨੀ ਕਿ ਵਨ ਦੇ ਉਸ ਦਰਖਤ ਦੇ ਸਾਰੇ ਪੱਤੇ ਝੜ ਜਾਣ। ਉਹ ਦਰਖਤ ਦੇ ਪੱਤੇ ਸਾਰੇ ਝੜ ਜਾਂਦੇ ਆ। ਦਰਖਤ ਕਹਿੰਦਾ ਕਿ ਮੇਰੇ ਨਾਲ ਇਹ ਕੀ ਮਾਮਲਾ ਬਣ ਗਿਆ। ਖੈਰ ਉਸ ਦਰਖਤ 'ਤੇ ਆ ਕੇ ਨਾ ਇੱਕ ਕਾਂ ਬਹਿੰਦਾ ਹੁੰਦਾ ਸੀਗਾ। ਉਹ ਕਾਂ ਜਦੋਂ ਆਉਂਦਾ ਵਾ ਅਤੇ ਉਸ ਦਰਖਤ 'ਤੇ ਬਹਿੰਦਾ ਵਾ ਅਤੇ ਕਹਿੰਦਾ, ਦਰਖਤ ਨੂੰ ਪੁੱਛਦਾ ਕਿ ਬੇਲੀਆ ਕੱਲ੍ਹ ਦੇ ਸਾਰੇ ਤੇਰੇ ਪੱਤੇ ਮੌਜੂਦ ਸੀਗੇ, ਅੱਜ ਮੈਂ ਵੇਖ ਕੇ ਹੈਰਾਨ ਰਹਿ ਗਿਆ, ਤੇਰੇ ਪੱਤੇ ਕਿਸ ਤਰ੍ਹਾਂ ਇੱਕ ਦਿਨ 'ਚ ਝੜ ਗਏ। ਉਹ ਦਰਖਤ ਵੀ ਉਹਨੂੰ ਗੁੱਸੇ 'ਚ ਜਵਾਬ ਦਿੰਦਾ ਕਾਂ ਨੂੰ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ, ਵਨ ਪਾਤ ਚੜ੍ਹੇ ਅਤੇ ਕਾਂ ਕਾਣਾ ਹੋ ਜਾਂਦਾ। ਉਹ ਕਾਂ ਨਾ ਬੜਾ ਪਰੇਸ਼ਾਨ ਹੁੰਦਾ ਵਾ ਅਤੇ ਕਾਂ ਨਾ ਇੱਕ ਦੁਕਾਨ 'ਤੇ ਜਾ ਕੇ ਬਹਿੰਦਾ ਹੁੰਦਾ ਸੀਗਾ, ਜਿਹਨੂੰ ਕਿ ਕੋਹਲੂ ਆਪਾਂ ਕਹਿੰਦੇ ਹਾਂ, ਤੇਲ ਚੋਂ ਕੀ ਬਣਾਉਂਦੇ ਹੁੰਦੇ ਸੀਗੇ। ਉਹ ਜਦੋਂ ਕਾਂ ਉੱਥੇ ਜਾਂਦਾ ਵਾ ਕੋਹਲੂ 'ਤੇ ਉਹ ਤੇਲੀ ਕਹਿੰਦਾ, ਕਾਂ ਨੂੰ ਪੁੱਛਦਾ, ਕਾਵਾਂ ਤੈਨੂੰ ਕੀ ਹੋਇਆ, ਤੂੰ ਕੱਲ੍ਹ ਤਾਂ ਠੀਕ ਸੀ, ਅੱਜ ਤੂੰ ਕਾਣਾ ਹੋ ਗਿਆ ਵਾ। ਉਹਨੂੰ ਵੀ ਗੁੱਸਾ ਚੜ੍ਹਿਆ ਹੁੰਦਾ ਅਤੇ ਉਹ ਵੀ ਅੱਗਿਓਂ ਇਹ ਬੋਲਦਾ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ, ਵਨ ਪਾਤ ਚੜ੍ਹੇ, ਕਾਂ ਕਾਣਾ, ਤੇਲੀ ਲੂਲਾ। ਉਹ ਤੇਲੀ ਵਿਚਾਰਾ ਲੂਲਾ ਹੋ ਜਾਂਦਾ ਵਾ।
ਤੇਲੀ ਹੈ ਇੱਕ ਜਗ੍ਹਾ ਤੋਂ ਨਾ ਤੇਲ ਲੈਣ ਜਾਂਦਾ ਹੁੰਦਾ ਵਾ ਦੁਕਾਨ ਤੋਂ, ਅਤੇ ਜਦੋਂ ਦੁਕਾਨ ਵਾਲੇ ਕੋਲ ਜਾਂਦਾ ਵਾ, ਅਤੇ ਦੁਕਾਨ ਵਾਲਾ ਉਹਨੂੰ ਪੁੱਛਦਾ ਵੀ ਕੱਲ੍ਹ ਤਾਂ ਯਾਰ ਤੂੰ ਚੰਗਾ ਭਲਾ ਸੀਗਾ, ਅੱਜ ਤੂੰ ਕੀ ਹੋ ਗਿਆ ਵਾ, ਤੈਨੂੰ ਕੀ ਗੱਲ ਬਣੀ ਆ। ਉਹ ਵੀ ਗੁੱਸੇ 'ਚ ਜਵਾਬ ਦਿੰਦਾ ਵਾ ਉਸ ਦੁਕਾਨ ਵਾਲੇ ਨੂੰ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ ਵਨ ਪਾ ਚੜ੍ਹੇ, ਕਾਂ ਕਾਣਾ ਤੇਲੀ ਲੂਲਾ ਅਤੇ ਹੱਟੀ ਵਾਲਾ ਕਮਲਾ। ਉਹ ਹੱਟੀ ਵਾਲਾ ਕਿ ਜਿਹੜਾ ਦੁਕਾਨ ਵਾਲਾ ਹੁੰਦਾ ਉਹ ਕਮਲਾ ਹੋ ਜਾਂਦਾ, ਸ਼ਦਾਈ ਹੋ ਜਾਂਦਾ ਵਾ, ਪਾਗਲਾਂ ਵਾਂਗੂ ਐਵੇਂ ਬੋਲੀ ਜਾਂਦਾ, ਪਾਗਲ ਟਾਈਪ ਹੋ ਜਾਂਦਾ ਵਾ। ਅਤੇ ਉਸ ਦੁਕਾਨ 'ਤੇ ਇੱਕ ਬੀਬੀ ਸੌਦਾ ਲੈਣ ਆਉਂਦੀ ਆ, ਅਤੇ ਉਹ ਬੀਬੀ ਉਹਨੂੰ ਪੁੱਛਦੀ ਆ, ਭਾ ਤੈਨੂੰ ਕੀ ਹੋ ਗਿਆ, ਤੂੰ ਐਵੇਂ ਕਮਲਿਆਂ ਵਾਂਗੂ ਬੋਲੀ ਜਾਂਦਿਆਂ, ਵੀ ਸ਼ਦਾਈਆਂ ਵਾਂਗੂ ਗੱਲਾਂ ਕਰੀ ਜਾਂਦਿਆਂ, ਤੂੰ ਤਾਂ ਚੰਗਾ ਭਲਾ ਸੀਗਾ। ਉਹ ਵੀ ਗੁੱਸੇ ਦੇ ਵਿੱਚ ਬੀਬੀ ਨੂੰ ਇਹ ਜਵਾਬ ਦਿੰਦਾ ਵਾ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ ਵਨ ਪਾ ਚੜ੍ਹੇ, ਕਾਂ ਕਾਣਾ ਤੇਲੀ ਲੂਲਾ, ਹੱਟੀ ਵਾਲਾ ਕਮਲਾ ਅਤੇ ਬੀਬੀ ਪਦਨੀ। ਬੀਬੀ ਪਦ ਮਾਰੀ ਜਾਂਦੀ ਆ, ਉਹਨੂੰ ਕੰਮ ਹੀ ਕੋਈ ਨਹੀਂ ਆਉਂਦਾ। ਅਤੇ ਉਹ ਰਸਤੇ ਦੇ ਵਿੱਚ ਨਾ ਕਿ 4 ਬੰਦੇ ਤੁਰੇ ਜਾਂਦੇ ਹੁੰਦੇ ਆ, ਉਹ ਉਹਨੂੰ ਪੁੱਛਦੇ ਆ, ਬੀਬੀ ਤੈਨੂੰ ਕੀ ਗੱਲ ਹੋ ਗਈ ਆ, ਤੂੰ ਇਹ ਕਿਹੜੇ ਕੰਮ ਲੱਗ ਗਈ ਆ। ਉਹ ਵੀ ਗੁੱਸੇ 'ਚ ਬੀਬੀ ਉਹਨਾਂ ਨੂੰ ਜਵਾਬ ਦਿੰਦੀ ਆ ਕਿ ਜੂੰ ਚਿਟਕ ਮਿਟਕ ਨਦੀ ਲਾਲ ਹੋਵੇ, ਢੱਗਾ ਸਿੰਘ ਚੜ੍ਹੇ ਵਨ ਪਾ ਚੜ੍ਹੇ, ਕਾਂ ਕਾਣਾ ਤੇਲੀ ਲੂਲਾ, ਹੱਟੀ ਵਾਲਾ ਕਮਲਾ, ਬੀਬੀ ਪਦਨੀ ਅਤੇ ਰਾਈ ਕੁੱਬੇ। ਉਹ ਵਿਚਾਰੇ 4 ਬੰਦੇ ਹੁੰਦੇ ਜਿਨ੍ਹਾਂ ਦੇ ਨਾਲ ਕੁੱਬ ਨਿਕਲ ਆਉਂਦੇ। ਉਹ ਬੜਾ ਪਰੇਸ਼ਾਨ ਹੁੰਦੇ ਆ ਵੀ ਹੁਣ ਅਸੀਂ ਕੀ ਕਰੀਏ, ਅਸੀਂ ਤਾਂ ਆਪਣੇ ਕੰਮ 'ਤੇ ਜਾਣਦੇ, ਅਸੀਂ ਤਾਂ ਸਾਡਾ ਕੁੱਬ ਨਿਕਲ ਆਇਆ ਵਾ, ਇਹ ਹੁਣ ਅਸੀਂ ਕਿਸ ਤਰ੍ਹਾਂ ਜਾਈਏ। ਉਹ ਇਹ ਆਪਸ 'ਚ ਮਸ਼ਵਰਾ ਕਰਦੇ ਆ, ਕਹਿੰਦੇ ਵੀ ਪਹਿਲੇ ਆਪਾਂ ਕੁੱਬ ਆਪਣਾ ਕਢਾਈਏ ਕਿਸੇ ਕੋ, ਅਤੇ ਫਿਰ ਆਪਾਂ ਆਪਣਾ ਜਿਹੜਾ ਕੰਮ ਜਾਣਾ ਵਾ ਉੱਥੇ ਜਾਂਦੇ ਹਾਂ। ਉਹ ਉੱਥੋਂ ਰਿਸ਼ਤੇ 'ਚੋਂ ਪੁੱਛਦੇ ਆ ਕਿ ਯਾਰ ਸਾਡਾ ਇਸ ਤਰ੍ਹਾਂ ਕੁੱਬ ਨਿਕਲ ਆਇਆ ਵਾ, ਅਤੇ ਇੱਥੇ ਕੋਈ ਕੁੱਬ ਬੰਦਾ ਕੱਢਦਾ ਵਾ। ਉਹਨਾਂ ਨੂੰ ਦੱਸਦੇ ਆ ਕਿ ਫਲਾਣੇ ਪਿੰਡ ਨਾ ਇੱਕ ਮਾਈ ਆ ਜਿਹੜਾ ਕੁੱਬ ਕੱਢਦੀ ਆ। ਉਹ 4 ਬੰਦੇ ਉਹਦੇ ਕੋਲ ਚਲੇ ਜਾਂਦੇ ਆ, ਮਾਈ ਨੂੰ ਕਹਿੰਦੇ ਆ ਕਿ ਸਾਡਾ ਕੁੱਬ ਕੱਢ ਦੇ। ਉਹ ਕਹਿੰਦੀ ਕਿ ਮੈਂ ਇੱਕ ਬੰਦੇ ਕੋਲ 100 ਰੁਪਈਆ ਲਵਾਂਗੀ ਅਤੇ ਕੁੱਬ ਕੱਢ ਦਿਆਂਗੀ। ਉਹ ਕਹਿੰਦੇ ਕਿ ਠੀਕ ਆ। ਉਹ ਕਹਿੰਦੀ ਕਿ ਇਕੱਲਾ ਬੰਦਾ ਅੰਦਰ ਆਈ ਜਾਓ ਅਤੇ ਮੈਂ ਕੁੱਬ ਕੱਢੀ ਜਾਂਦੀ ਹਾਂ। ਇਕੱਲਾ ਬੰਦਾ ਜਾਂਦਾ ਅਤੇ ਉਹ ਬੰਦੇ ਨੂੰ ਉਹ ਫੱਟੇ ਦੇ ਲੰਮੇ ਪਾ ਕੇ ਅਤੇ ਉਹਦੇ ਲੱਕ ਦੇ ਵਿੱਚ ਇੱਕ ਜ਼ੋਰਦਾਰ ਮੋਟਾ ਡੰਡਾ ਮਾਰਦੀ ਆ। ਉਹਦਾ ਕੁੱਬ ਕੀ ਨਿਕਲਣਾ ਸੀ, ਉਹ ਵਿਚਾਰਾ ਮਰ ਹੀ ਜਾਂਦਾ। ਉਹ ਕਹਿੰਦੀ ਕਿ ਅਗਲਾ ਆਵੇ। ਮੁਖਤਸਰ ਇਹ ਕਿ ਉਹ ਇਕੱਲੇ ਨੂੰ ਇਸ ਤਰ੍ਹਾਂ ਕਰਦੀ ਆ, ਅਤੇ ਉਹਨਾਂ ਦੇ ਡੰਡੇ ਮਾਰ ਕੇ ਉਹਨਾਂ ਦੇ ਕੁੱਬ ਕੱਢਦੀ, ਅਤੇ 4 ਹੀ ਮਰ ਜਾਂਦੇ ਆ। ਪੈਸੇ ਵੀ ਉਹਨਾਂ ਕੋਲ ਲੈ ਲੈਂਦੀ ਆ। ਜਦੋਂ ਵੇਖਦੀ ਕਿ ਇਹ ਮਰ ਗਏ ਆ, ਹੁਣ ਮੈਂ ਕੀ ਕਰਾਂ, ਪਰੇਸ਼ਾਨ ਹੁੰਦੀ ਆ ਕਿ ਹੁਣ ਇਹਨਾਂ ਨੂੰ ਕਿਸੇ ਠਿਕਾਣੇ ਵੀ ਲਾਵਾਂ। ਉਹ ਇੱਕ ਨਾ ਵੇਖਦੀ ਕਿ ਫਕੀਰ ਨਾ ਮੰਗਣ ਵਾਲਾ ਆਉਣ ਡਿਆ ਹੁੰਦਾ ਵਾ। ਉਹਦੇ ਦਰਵਾਜ਼ੇ 'ਤੇ ਆ ਕੇ, ਬੀਬੀ ਦੇ ਦਰਵਾਜ਼ੇ 'ਤੇ ਆ ਕੇ ਮੰਗਣ ਦੀ ਦੁਆ ਕਰਦਾ ਵਾ ਕਿ ਮੈਨੂੰ ਕੋਈ ਖੈਰ ਪਾਓ। ਅਤੇ ਬੀਬੀ ਕਹਿੰਦੀ ਆ ਕਿ ਮੈਂ ਤੈਨੂੰ 10 ਰੁਪਏ ਦੇਵਾਂਗੀ ਅਗਰ ਤੂੰ ਮੇਰਾ ਇੱਕ ਕੰਮ ਕਰ ਦੇਵੇਂ। ਉਹ ਫਕੀਰ ਕਹਿੰਦਾ ਕਿ ਬੀਬੀ ਕਿਹੜਾ ਕੰਮ। ਉਹ ਕਹਿੰਦੀ ਕਿ ਇੱਕ ਲਾਸ਼ ਵਾ, ਇਹਨੂੰ ਤੂੰ ਕਿਤੇ ਠਿਕਾਣੇ ਲਾਇਆ ਸਿੱਟਿਆ ਅਤੇ ਮੇਰੇ ਕੋਲ 10 ਰੁਪਏ ਆ ਕੇ ਤੂੰ ਲੈ ਲਾ। ਉਹ ਮੰਨ ਜਾਂਦਾ ਵਾ। ਉਹ ਚਾਦਰ 'ਚ ਲਪੇਟ ਕੇ ਦਰਵਾਜ਼ੇ ਦੇ ਨਾਲ ਖੜ੍ਹਾ ਕਰਦੀ ਕਿ ਇਹਨੂੰ ਤੂੰ ਲੈ ਜਾ। ਉਹ ਇੱਕ ਬੰਦਾ ਚੁੱਕ ਕੇ ਲੈ ਜਾਂਦਾ, ਉਹਨੂੰ ਕਿਤੇ ਦੂਰ ਠਿਕਾਣੇ ਲਾ ਆਉਂਦਾ ਵਾ। ਅਤੇ ਵਾਪਸੀ 'ਤੇ ਜਦੋਂ ਬੀਬੀ ਘਰ ਆਉਂਦਾ ਕਿ ਹੁਣ ਮੈਨੂੰ ਪੈਸੇ ਦੇ, ਅਤੇ ਉਹਦੇ ਆਉਂਦਿਆਂ ਨੂੰ ਵੇਖ ਜੋ ਬੀਬੀ ਨੂੰ ਪਤਾ ਲੱਗ ਜਾਂਦਾ, ਦੂਰੋਂ ਵੇਖਦੀ ਕਿ ਆ ਰਿਹਾ ਵਾ, ਉਹ ਦੂਜਾ ਜਿਹੜਾ ਬੰਦਾ ਕੁੱਬਾ ਮਰਿਆ ਹੁੰਦਾ ਵਾ ਉਹਨੂੰ ਆਪਣਾ ਦਰਵਾਜ਼ੇ ਨਾਲ ਖੜ੍ਹਾ ਕਰ ਦਿੰਦੀ। ਉਹ ਫਕੀਰ ਪੈਸੇ ਮੰਗਦਾ ਅਤੇ ਉਹਨੂੰ ਕਹਿੰਦੀ ਕਿਹੜੇ ਪੈਸੇ, ਤੂੰ ਕਿੱਥੇ ਉਹਨੂੰ ਠਿਕਾਣੇ ਲਾ ਗਿਆ, ਕਿੱਥੇ ਸਿੱਟ ਕੇ ਆਇਆ। ਉਹ ਤਾਂ ਤੇਰੇ ਘਰ ਆਉਣ ਤੋਂ ਪਹਿਲੇ ਘਰ ਆ ਕੇ ਆ ਖੜ੍ਹਾ ਪਿਆ ਵਾ। ਉਹ ਉਹਦੇ ਵੱਲ ਵੇਖਦਾ, ਪਰੇਸ਼ਾਨ ਹੁੰਦਾ ਕਿ ਮੈਂ ਇਹਨਾਂ ਨੂੰ ਕਿਤੇ ਦੂਰ ਦਫਨਾ ਕੇ ਆਇਆ, ਸਿੱਟ ਕੇ ਆਇਆ ਵਾਂ, ਇਹ ਕਿਸ ਤਰ੍ਹਾਂ ਹੋ ਗਿਆ। ਖੈਰ ਉਹ ਫਿਰ ਉਹਨੂੰ ਵੀ ਲੈ ਜਾਂਦਾ ਅਤੇ ਉਹਨੂੰ ਵੀ ਕਿਤੇ ਠਿਕਾਣੇ ਜਾ ਕੇ ਲਾਉਂਦਾ ਵਾ, ਦਫਨਾਉਂਦਾ ਵਾ, ਅਤੇ ਫਿਰ ਬੀਬੀ ਕੋਲ ਆਉਂਦਾ ਵਾ। ਬੀਬੀ ਉਹਨੂੰ ਦੂਰੋਂ ਹੀ ਆਉਂਦਿਆਂ ਵੇਖ ਲੈਂਦੀ ਆ, ਅਤੇ ਉਹਨਾਂ ਚਿਰ ਉਹ ਤੀਸਰਾ ਬੰਦਾ ਵੀ ਖੜ੍ਹਾ ਕਰ ਦਿੰਦੀ ਦਰਵਾਜ਼ੇ ਨਾਲ।
ਉਹ ਫਿਰ ਉਹੀ ਗੱਲ ਪੈਸੇ ਮੰਗਦਾ। ਬੀਬੀ ਕਹਿੰਦੀ ਉਹ ਤੇਰੇ ਤੋਂ ਪਹਿਲੇ ਘਰ ਆ ਜਾਂਦੇ ਆ, ਤੈਨੂੰ ਮੈਂ ਕਾਹਦੇ ਪੈਸੇ ਦੇਵਾਂ। ਉਹ ਤੀਸਰਾ ਬੰਦਾ ਵੀ ਚੁੱਕ ਕੇ ਲੈ ਜਾਂਦਾ 10 ਰੁਪਏ ਦੇ ਲਾਲਚ ਦੇ ਵਿੱਚ, ਅਤੇ ਆਉਂਦਿਆਂ ਨੂੰ ਫਿਰ ਉਹ ਚੌਥਾ ਬੰਦਾ ਖੜ੍ਹਾ ਕਰ ਦਿੰਦੀ ਆ। ਉਹ ਚੌਥਾ ਵੀ ਲੈ ਜਾਂਦਾ, ਉਹਨੂੰ ਵੀ ਠਿਕਾਣੇ ਲਾਉਂਦਾ, ਜਾ ਕੇ ਦਫਨਾਉਂਦਾ। ਅਤੇ ਉਹ ਪਰਸੀਨਿਓ ਪਰਸੀਨੀ ਹੋਇਆ ਹੁੰਦਾ, ਥੱਕਿਆ ਹੁੰਦਾ ਵਾ, ਅਤੇ ਵੇਖਦਾ ਕਿ ਹੁਣ ਕੋਈ ਕੁੱਬਾ ਜਾ ਤਾਂ ਨਹੀਂ ਰਿਹਾ ਇੱਧਰ ਪਿੰਡ ਵਾਲੀ ਸਾਈਡ 'ਤੇ ਮੈਂ ਵੇਖਾਂ। ਉਹ ਵੇਖਦਾ ਇੱਕ ਨਾ ਕੁੱਬਾ ਬੰਦਾ ਪਿੰਡ ਵਾਲੀ ਸਾਈਡ 'ਤੇ ਜਾ ਰਿਹਾ ਹੁੰਦਾ ਵਾ, ਅਤੇ ਉੱਧਰ ਮਾਈ ਦੇ ਘਰ ਵਾਲਾ ਹੀ ਉਹਦਾ ਰੁੱਖ ਹੁੰਦਾ ਵਾ। ਉਹ ਭੱਜਾ ਜਾਂਦਾ, ਪਿੱਛੋਂ ਜਾ ਕੇ ਉਸ ਕੁੱਬੇ ਨੂੰ ਫੜ ਲੈਂਦਾ ਵਾ। ਕਹਿੰਦਾ ਤੂੰ ਮੈਨੂੰ ਬਹੁਤ ਥਕਾਇਆ ਵਾ, ਬਹੁਤ ਸਤਾਇਆ ਵਾ, ਤੈਨੂੰ ਨਹੀਂ ਛੱਡਣਾ। ਉਹ ਉਹਨੂੰ ਵੀ ਮਾਰ ਦਿੰਦਾ ਵਾ, ਪੰਜਵੇਂ ਬੰਦੇ ਨੂੰ, ਜਿਹੜਾ ਕੋਈ ਸਰੋਕਾਰ ਇਸ ਕੰਮ ਨਾਲ ਨਹੀਂ ਹੁੰਦਾ, ਭੁਲੇਖੇ 'ਚ ਮਾਰਿਆ ਜਾਂਦਾ ਉਹ ਵਿਚਾਰਾ। ਖੈਰ ਉਹਨੂੰ ਵੀ ਉਹ ਠਿਕਾਣੇ ਲਾ ਆਉਂਦਾ, ਅਤੇ ਆ ਕੇ ਬੀਬੀ ਕੋਲ ਪੈਸੇ ਮੰਗਦਾ ਕਿ ਮੇਰੇ ਪੈਸੇ ਦੇ। ਉਹ ਬੀਬੀ ਉਹਨੂੰ ਉਹਦੇ ਪੈਸੇ ਦੇ ਦਿੰਦੀ ਆ, ਅਤੇ ਉਹ ਬੀਬੀ ਨੂੰ ਕਹਿੰਦਾ ਕਿ ਮੈਂ ਨਾ ਜਦੋਂ ਉਹ ਬੰਦਾ ਦਫਨਾਇਆ ਨਾ, ਅਤੇ ਮੈਂ ਵੇਖਣ ਦਿਆਂ ਸੀ ਇਸ ਤਰ੍ਹਾਂ ਦੇ ਕੱਪੜੇ ਪਾਏ ਸੀਗੇ। ਉਹ ਫਿਰ ਨਾ ਇੱਧਰ ਪਿੰਡ ਵੱਲ ਆਉਣ ਦਿਆ ਸੀ, ਅਤੇ ਤੇਰੇ ਘਰ ਨੂੰ ਹੀ ਉਹਦਾ ਰੁੱਖ ਸੀਗਾ, ਉਹਦਾ ਇਸ ਤਰ੍ਹਾਂ ਦਾ ਹੁਲੀਆ ਸੀਗਾ। ਉਹ ਬੀਬੀ ਰੋਣ ਪਿੱਟਣ ਲੱਗ ਜਾਂਦੀ ਕਿ ਵੇ ਅੰਤਰਿਆ, ਉਹ ਤਾਂ ਮੇਰਾ ਬੰਦਾ ਸੀਗਾ, ਤੂੰ ਮੇਰਾ ਬੰਦਾ ਸੱਚਮੁੱਚ ਮਾਰ ਦਿੱਤਾ ਈ। ਉਹ ਕਹਿੰਦਾ ਮੈਨੂੰ ਕੀ ਪਤਾ ਤੇਰਾ ਬੰਦਾ ਸੀ, ਤੂੰ ਮੈਨੂੰ 4 ਗੇੜੇ ਲਵਾਏ, ਅਤੇ ਫਿਰ ਤੂੰ ਕਹਿਣਾ ਸੀ ਕਿ ਘਰ ਫਿਰ ਆ ਗਿਆ, ਮੈਂ ਤਾਂ ਉਹਨੂੰ ਮਾਰ ਦਿੱਤਾ। ਤਾਂ ਆਪਣੇ ਇਸ ਕੰਮ ਦੀ ਸਜ਼ਾ ਮਿਲ ਜਾਂਦੀ ਹੈ, ਰੋਂਦੀ ਪਿੱਟਦੀ ਹੈ, ਲੇਕਿਨ ਕੀ ਹੋ ਸਕਦਾ ਸੀਗਾ। ਦੋਸਤੋ ਇਹ ਮੇਰੀ ਆਪਣਾ ਅੱਜ ਦੀ ਕਹਾਣੀ ਸੀ। ਉਮੀਦ ਆ ਬੱਚਿਆਂ ਨੂੰ ਪਸੰਦ ਆਏਗੀ। ਪਸੰਦ ਆਏ ਤਾਂ ਇਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ। ਸ਼ੁਕਰੀਆ। ਅਸਲਾਮ ਵਾਲੇਕੁਮ।